ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀਓ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੌਵੇਂ ਗੁਰੂ ਨਾਨਕ ਸਾਹਿਬ ਜੀ ਦਾ 400 ਸਾਲਾ ਆਗਮਨ ਪੁਰਬ ਪ੍ਰਕਾਸ਼ ਦਿਹਾੜਾ ਆ ਰਿਹਾ ਹੈ। ਉਸੇ ਪਾਵਨ ਗੁਰਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਇਲਾਹੀ ਪਾਵਨ ਬਾਣੀ ਦੀ ਕਥਾ ਜੋ ਹੈ ਗੁਰਦੁਆਰਾ ਸਾਹਿਬ ਸਨਹੋਜੇ ਤੋਂ ਅੱਜ ਤੋਂ ਸ਼ੁਰੂ ਹੋ ਰਹੀ ਹੈ। ਗਰੀਬ ਨਵਾਜ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਜਿਹੜੀ ਪਵਿੱਤਰ ਬਾਣੀ ਹੈ, ਇਸ ਤੋਂ ਇਲਾਵਾ ਮਹਾਰਾਜ ਦਾ ਅਨੁੱਠਾ ਤੇ ਪਵਿੱਤਰ ਇਤਿਹਾਸ ਉਹ ਵੀ ਆਪਾਂ ਸ਼ਾਮ ਦੇ ਦੀਵਾਨਾਂ ਵਿੱਚ ਤੇ ਸਵੇਰ ਦੇ ਦੀਵਾਨਾਂ ਦੇ ਅੰਦਰ ਗਿਆਨੀ ਪਰਮਜੀਤ ਸਿੰਘ ਜੀ ਵੀ ਆਪ ਜੀ ਨੂੰ ਸਰਵਣ ਕਰਾਇਆ ਕਰਨਗੇ। ਅੱਜ ਮਹਾਰਾਜ ਦਾ ਪਹਿਲਾ ਪਾਵਨ ਸ਼ਬਦ ਜੋ ਪਾਵਨ ਬਾਣੀ ਦੇ ਅੰਦਰ ਹੈ ਗੌੜੀ ਰਾਗ ਵਿੱਚ, ਉਸ ਦੀ ਵਿਚਾਰ ਆਪ ਜੀ ਦੇ ਸਮਕਸ਼ ਰੱਖਣ ਦੀ ਨਿਮਾਣੀ ਜੀ ਕੋਸ਼ਿਸ਼ ਕਰਦਾ। ਹਾਜ਼ਰੀਆਂ ਪ੍ਰਵਾਨ ਕਰਦਿਆਂ ਹੋਇਆਂ ਤੇ ਅਸੀਸਾਂ ਬਖਸ਼ਦਿਆਂ ਹੋਇਆਂ ਗੁਰਫਤਿਹ ਦੀ ਸਾਂਝ ਪਾਓ ਜੀ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਵਾਹਿਗੁਰੂ ਰਾਗ ਗੌੜੀ ਮਹੱਲਾ ਨੌਵਾਂ। ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਤੇ ਅਹਨਿਸ ਭਾਗੋ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਬਾਣੀ ਵੈਰਾਗ ਨਾਲ ਭਰਪੂਰ ਹੈ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਤੇ ਅਤ ਕਥਨੀ ਨਹੀਂ। ਮਹਾਂਪੁਰਸ਼ ਜੋ ਸਤਿਪੁਰਖ ਹੁੰਦੇ ਨੇ ਸੰਸਾਰ ਵਿੱਚ, ਉਹ ਜੋ ਕਹਿੰਦੇ ਨੇ ਉਹੀ ਕਰਦੇ ਹਨ। ਉਹਨਾਂ ਦੀ ਕਥਨੀ ਤੇ ਕਰਨੀ ਵਿੱਚ ਕੋਈ ਅੰਤਰ ਨਹੀਂ ਹੁੰਦਾ, ਕਿਸੇ ਪ੍ਰਕਾਰ ਦਾ ਭੇਦ ਨਹੀਂ ਹੁੰਦਾ। ਤੇ ਗੁਰੂ ਸਾਹਿਬ ਦੀ ਤੇ ਉਸਤਤ ਆਪਾਂ ਕਰ ਹੀ ਨਹੀਂ ਸਕਦੇ, ਕਿਉਂ ਗੁਰੂ ਮਹਾਰਾਜ ਸਾਹਿਬ ਬਾਣੀ ਵਿੱਚ ਦੱਸਦੇ ਗੁਰੂ ਤੇ ਪਰਮਾਤਮਾ 'ਚ ਫਰਕ ਨਹੀਂ ਹੁੰਦਾ, ਰੱਤਾ ਮਾਤਰ ਵੀ ਅੰਤਰ ਨਹੀਂ ਹੁੰਦਾ। ਗੁਰੂ ਤੇ ਰੱਬ ਇੱਕ ਹੈ। ਜੇ ਪਰਮਾਤਮਾ ਨੂੰ ਨਹੀਂ ਕਥਿਆ ਜਾ ਸਕਦਾ ਤੇ ਸੱਚੇ ਪਾਤਸ਼ਾਹ ਸੱਚੇ ਸਤਿਗੁਰੂ ਨੂੰ ਵੀ ਨਹੀਂ ਆਪਣੀ ਬਿਆਨ ਦੇ ਦੁਆਰਾ ਅਸੀਂ ਬਿਆਨ ਕਰ ਸਕਦੇ ਸੰਪੂਰਨ ਰੂਪ ਅੰਦਰ। ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਬਚਨ ਹੈ, ਬਹੁਤਾ ਕਹੀਏ ਬਹੁਤਾ ਹੋਏ। ਵਾਹਿਗੁਰੂ ਨੂੰ ਜਿੰਨਾ ਵੱਡਾ ਆਖਾਂਗੇ, ਜਿੰਨੀ ਉਹਦੀ ਉਸਤਤ ਕਰਾਂਗੇ ਉਨਾ ਹੀ ਵੱਡਾ ਹੈ ਉਹ। ਇਸੇ ਤਰ੍ਹਾਂ ਸਤਿਗੁਰੂ ਦੀ ਮਹਿਮਾ ਵੀ ਅਗਾਧ ਬੋਧ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਥਨੀ ਤੇ ਕਰਨੀ ਇੱਕ ਹੈ। ਵੈਰਾਗ ਦੀ ਮੂਰਤ ਸਨ, ਵੈਰਾਗਮਈ ਬਾਣੀ ਹੈ। ਉਂਝ ਪੰਥ ਦੇ ਪ੍ਰਸਿੱਧ ਕਥਾਵਾਚਕ ਗਿਆਨੀ ਮਾਨ ਸਿੰਘ ਝੌਰ ਜੀ ਕਿਹਾ ਕਰਦੇ ਸਨ ਕਿ ਗੁਰੂ ਮਹਾਰਾਜ ਸਾਹਿਬ ਜੀ ਦਾ ਇਤਿਹਾਸ ਤੇ ਉਹਨਾਂ ਦੀ ਪਾਵਨ ਬਾਣੀ ਗਰੀਬ ਨਵਾਜ ਦਾ ਫਲਸਫਾ ਜਦੋਂ ਵਿਚਾਰੀਏ ਤੇ ਇਉਂ ਪ੍ਰਤੀਤ ਹੁੰਦਾ ਵੀ ਕਦੇ ਹੱਸੇ ਵੀ ਹੋਣਗੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ। ਗਰੀਬ ਨਵਾਜ ਦੀ ਸਾਰੀ ਬਾਣੀ ਵੈਰਾਗ ਨਾਲ ਭਰਪੂਰ ਹੈ। ਜਿੱਥੇ ਉੱਥੇ ਸਾਹਿਬ ਦੀ ਬਾਣੀ ਦੇ ਵਿੱਚ ਜ਼ਿਆਦਾਤਰ ਸ਼ਬਦ ਮਨ ਨੂੰ ਸੰਬੋਧਨ ਨੇ ਸਾਧ ਸੰਗਤ। ਗਰੀਬ ਨਵਾਜ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਛੇਵੇਂ ਨਾਨਕ ਦੇ ਲਖਤੇ ਜ਼ਿਗਰ ਨੇ, ਕਿਉਂਕਿ ਮਹਾਰਾਜ ਦੇ 5 ਪੁੱਤਰ ਸਨ। ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ, ਬਾਬਾ ਅਟਲ ਰਾਏ ਜੀ, ਬਾਬਾ ਅਣੀ ਰਾਏ ਜੀ, ਬਾਬਾ ਸੂਰਜ ਮੱਲ ਤੇ 5ਵੀਂ ਥਾਂ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ। ਤੇ ਇੱਕ ਪੁੱਤਰੀ ਹੈ ਇਤਿਹਾਸ ਵਿੱਚ ਜਿਨ੍ਹਾਂ ਦਾ ਜ਼ਿਕਰ ਆਉਂਦਾ, ਬੀਬੀ ਵੀਰੋ ਜੀ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ
ਦਾ ਪ੍ਰਕਾਸ਼ 1621 ਈਸਵੀ ਦੇ ਵਿੱਚ ਹੋਇਆ ਹੈ, ਗੁਰੂ ਕੇ ਮਹਿਲ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ। ਮਾਤਾ ਨਾਨਕੀ ਜੀ ਦੀ ਕੁੱਖੋਂ ਆਪ ਪ੍ਰਗਟ ਹੋਏ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ 3 ਮਹਿਲ ਸਨ। ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਮਾਤਾ ਨਾਨਕੀ ਜੀ ਦੀ ਕੁੱਖੋਂ ਪ੍ਰਗਟ ਹੋਏ ਨੇ। 11 ਸਾਲ ਗੁਰਤਾ ਗੱਦੀ ਤੇ ਬਿਰਾਜਮਾਨ ਰਹੇ ਮਹਾਰਾਜ ਜੀ। 54 ਸਾਲ ਦੀ ਉਮਰ ਸੀ ਆਪ ਜੀ ਦੀ, ਜਿਸ ਵਕਤ ਆਪ ਜੀ ਜੋਤ ਵਿੱਚ ਜਾ ਰਲੀ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਰੇ ਇਤਿਹਾਸ ਵਿੱਚ ਲਿਖਿਆ ਹੈ ਕਿ ਆਪਣੇ ਇੱਕ ਅਨੰਨ ਪਿਆਰੇ ਮਿੱਤਰ ਨੂੰ ਗੁੜ ਖਾਣ ਤੋਂ ਉਨੀ ਦੇਰ ਤੱਕ ਮਨਾ ਨਹੀਂ ਸੀ ਕੀਤਾ ਜਦੋਂ ਤੱਕ ਆਪ ਗੁੜ ਖਾਣਾ ਛੱਡ ਨਹੀਂ ਸੀ ਦਿੱਤਾ। ਕਥਨੀ ਤੇ ਕਰਨੀ ਦੀ ਮੂਰਤ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜੋ ਅੱਜ ਦਾ ਪਾਵਨ ਬਚਨ ਬਖਸ਼ਿਸ਼ ਕੀਤਾ ਹੈ, ਸਾਹਿਬ ਦੀ ਦਰਗਾਹੀ ਇਲਾਹੀ ਅਕਾਲੀ ਬਾਣੀ, ਇਹ ਜਿਹੜਾ ਬਚਨ ਹੈ ਨਾ, ਸਾਧ ਸੰਗਤ ਇਹਦੇ ਅਰਥ ਕਰੀਏ, ਇਹਦੀ ਵਿਆਖਿਆ ਕਰੀਏ, ਇਹ ਤੋਂ ਪਹਿਲਾਂ ਆਪਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜਿਸ ਅਵਸਥਾ ਦਾ ਗੁਰੂ ਮਹਾਰਾਜ ਸਾਹਿਬ ਜੀ ਜ਼ਿਕਰ ਕਰ ਰਹੇ ਨੇ, ਇਹ ਅਵਸਥਾ ਗੁਰੂ ਮਹਾਰਾਜ ਦੀ ਆਪਣੀ ਰਹਿਮਤ ਹੋਵੇ, ਕਿਰਪਾ ਹੋਵੇ, ਗੁਰੂ ਸਾਹਿਬ ਤਰੁੱਠ ਪੈਣ ਕਿਸੇ ਜੀਵ ਦੇ ਉੱਪਰ ਤੇ ਸਾਧ ਸੰਗਤ ਉਹਨੂੰ ਭਗਤੀ ਦੀ ਬੰਦਗੀ ਦੀ ਦਾਤ ਮਿਲੇ, ਉਹਦਾ ਸੁਚੱਜਾ ਸੋਹਣਾ ਜੀਵਨ ਬਣ ਜਾਏ, ਤਾਂ ਇਹ ਅਵਸਥਾ ਗੁਰੂ ਮਾਲਕ ਦੀ ਰਹਿਮਤ ਦੇ ਸਦਕਾ ਹੀ ਨਸੀਬ ਹੋ ਸਕਦੀ ਹੈ। ਆਪਣੇ ਜ਼ੋਰ ਨਾਲ ਇਸ ਅਵਸਥਾ ਨੂੰ ਨਹੀਂ ਪਾਇਆ ਜਾ ਸਕਦਾ। ਇਹ ਅਵਸਥਾ ਦਾ ਮਹਾਰਾਜ ਨੇ ਜ਼ਿਕਰ ਕੀਤਾ ਹੈ ਤੇ ਗਰੀਬ ਨਵਾਜ ਦਾ ਇਹ ਪਾਵਨ ਪਹਿਲਾ ਸ਼ਬਦ ਹੈ ਸਾਹਿਬ ਦੀ ਬਾਣੀ ਅੰਦਰ। ਰਾਗ ਗੌੜੀ ਮਹੱਲਾ 9ਵਾਂ। ਗੌੜੀ ਰਾਗ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ। ਸਾਹਿਬ ਜੀ ਕਹਿੰਦੇ, ਸਾਧੋ ਮਨ ਕਾ ਮਾਨ ਤਿਆਗੋ। ਸੱਚੇ ਪਾਤਸ਼ਾਹ ਜੀ ਨੇ ਸੰਬੋਧਨ ਵਾਚਕ ਸ਼ਬਦ ਵਰਤਿਆ ਸਾਧੋ। ਸਾਧੋ ਦਾ ਮਤਲਬ ਹੁੰਦਾ ਸਾਧੋ ਸੰਤੋ, ਰੱਬ ਦੇ ਰਾਹ ਉੱਤੇ ਤੁਰੇ ਹੋਏ ਸਤਿਪੁਰਖੋ। ਹਲੇ ਉਹ ਮਨ ਦਾ ਮਾਨ ਤਿਆਗ ਨਹੀਂ ਸਕੇ, ਵਿਕਾਰਾਂ ਨੂੰ ਜਿੱਤ ਨਹੀਂ ਸਕੇ, ਧਰਮ ਦੇ ਸਿਖਰਲੇ ਡੰਡੇ ਤੇ ਪਹੁੰਚ ਨਹੀਂ ਸਕੇ, ਪਰ ਮਹਾਰਾਜ ਨੇ ਉਸ ਤੋਂ ਪਹਿਲਾਂ ਹੀ ਇਹਨਾਂ ਤੁਰੇ ਹੋਇਆਂ ਨੂੰ, ਧਾਰਮਿਕ ਪੁਰਸ਼ਾਂ ਨੂੰ ਸਾਧੂ ਆਖਿਆ। ਇਹ ਗੱਲ ਨੂੰ ਇਉਂ ਸਮਝ ਸਕਦੇ ਹਾਂ ਜਿਵੇਂ ਕੋਈ MBBS ਦੀ ਡਿਗਰੀ ਲੈਣ ਲੱਗ ਪਿਆ, ਉਹ ਪੜ੍ਹ ਰਿਹਾ, ਪੜ੍ਹਾਈ ਕਰ ਰਿਹਾ, ਅਜੇ ਉਹ ਡਾਕਟਰ ਨਹੀਂ ਬਣਿਆ, ਪਰ ਜਦੋਂ ਕੋਈ ਸਾਧ ਸੰਗਤ MBBS ਕਰ ਰਿਹਾ ਹੈ ਜਾਂ ਉਸ ਤੋਂ ਬਾਅਦ MD ਕਰ ਰਿਹਾ, ਉਹਨੂੰ ਡਾਕਟਰ ਸਾਹਿਬ ਹੀ ਕਿਹਾ ਜਾਂਦਾ ਹੈ। ਮਹਾਰਾਜ ਮਾਣ ਬਖਸ਼ ਰਹੇ ਨੇ ਧਾਰਮਿਕ ਪੁਰਸ਼ਾਂ ਨੂੰ ਤੇ ਬਚਨ ਆਖਿਆ ਮਹਾਰਾਜ ਨੇ ਸਾਧੂ। ਸਤਿਗੁਰੂ ਕਹਿੰਦੇ ਨੇ, ਸੰਤ ਜਨੋ ਆਪਣੇ ਮਨ ਦਾ ਮਾਨ ਤਿਆਗ ਦਿਓ। ਇਹ ਰਾਹ ਉੱਤੇ, ਜਿਸ ਰਾਹ ਉੱਤੇ ਤੁਸੀਂ ਤੁਰੇ ਹੋ, ਇਹ ਅਧਿਆਤਮਕ ਜੀਵਨ ਦਾ ਮਾਰਗ, ਇਹ ਜੋ ਪਰਮਾਰਥਕ ਮਾਰਗ ਦੇ ਉੱਤੇ ਤੁਸੀਂ ਤੁਰੇ ਹੋ, ਇਹਦੇ ਵਿੱਚ ਪੂਰਨ ਸਫਲਤਾ ਦੇ ਵਾਸਤੇ ਸਭ ਤੋਂ ਪਹਿਲਾਂ ਤੁਸੀਂ ਮਨ ਦੇ ਵਿੱਚ ਕਿਸੇ ਪ੍ਰਕਾਰ ਦਾ ਅਭਿਮਾਨ ਨਾ ਕਰੋ। ਛੱਡ ਦਿਓ ਹਰ ਪ੍ਰਕਾਰ ਦਾ ਹੰਕਾਰ। ਮਨ ਤੋਂ ਰਹਿਤ ਹੋਣਾ ਪੈਣਾ ਹੈ। ਸਾਧ ਸੰਗਤ ਗੁਰੂ ਘਰ ਦੇ ਵਿੱਚ ਜੋ ਨਿਮਾਣਾ ਬਣਦਾ, ਉਸੇ ਨੂੰ ਮਾਣ ਮਿਲਦਾ ਹੈ। ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਜਦੋਂ ਅਰਦਾਸ ਆਪਾਂ ਕਰਦੇ ਹਾਂ, ਤੇ ਅਰਦਾਸ ਜੋ ਪੰਥਕ ਹੈ ਉਹ ਕਰਨ ਤੋਂ ਬਾਅਦ ਜਦੋਂ ਅਗਲੀ ਬੇਨਤੀ ਸ਼ੁਰੂ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਇਹ ਆਖਿਆ ਜਾਂਦਾ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ। ਉਂਝ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੀਜੀ ਪਾਤਸ਼ਾਹੀ ਨੂੰ ਤੇ ਇਤਿਹਾਸ ਵਿੱਚ ਜ਼ਿਕਰ ਹੈ, ਗੁਰੂ ਅੰਗਦ ਸਾਹਿਬ ਨੇ 12 ਵਰ ਦਿੱਤੇ ਸਨ ਇਸ ਤਰ੍ਹਾਂ ਦੇ। ਖੈਰ ਕੋਈ ਅਤਕਥਨੀ ਨਹੀਂ, ਕੋਈ ਦੋ ਰਾਏ ਨਹੀਂ, ਕੋਈ ਭਰਮ ਤੇ ਭੁਲੇਖੇ ਵਾਲੀ ਗੱਲ ਨਹੀਂ ਕਿ ਗੁਰੂ ਘਰ ਵਿੱਚ ਨਿਮਾਣੇ ਨੂੰ ਹੀ ਮਾਣ ਮਿਲਦਾ ਹੈ। ਉਂਝ ਜੇ ਬੰਦਗੀ ਹੈ, ਬੰਦਗੀ ਦਾ ਵੀ ਮਤਲਬ ਇਹ ਹੈ ਵੀ ਆਪਣੇ ਆਪ ਨੂੰ ਖਤਮ ਕਰਨਾ। ਬੰਦਗੀ ਦਾ ਮਤਲਬ ਇਹ ਨਹੀਂ ਹੁੰਦਾ ਕੁਝ ਬਣਨਾ, ਕੁਝ ਬਣਨ ਲਈ ਬੰਦਗੀ ਨਹੀਂ ਕੀਤੀ ਜਾਂਦੀ। ਬੰਦਗੀ ਦਾ ਸਿਖਰ ਹੈ, ਬੰਦਗੀ ਦੀ ਸੰਪੂਰਨਤਾ ਆਪਣੇ ਆਪ ਨੂੰ ਮਿਟਾ ਦੇਣਾ, ਸ਼ੂਨਿਆ ਤੱਕ ਪਹੁੰਚ ਜਾਣਾ, ਜਿਹਨੂੰ ਓਸ਼ੋ ਨੇ ਸ਼ੂਨਿਆ ਕਿਹਾ ਹੈ। ਆਪਣੇ ਆਪ ਨੂੰ ਜੋ ਖਤਮ ਕਰ ਲੈਂਦਾ ਹੈ, ਨਿਮਾਣੇਪਨ ਵਿੱਚ ਆ ਜਾਂਦਾ ਹੈ ਦਿਲੋਂ, ਉਹਨੂੰ ਰੱਬ ਦੇ ਘਰੋਂ ਬਹੁਤ ਮਾਣ ਮਿਲਦਾ ਹੈ, ਬਹੁਤ ਵੱਡੀ ਵਡਿਆਈ ਮਿਲਦੀ ਹੈ।
ਖੈਰ ਇਹ ਹਉਮੈ ਨੂੰ ਜਿੱਤਣਾ ਬਹੁਤ ਔਖੀ ਖੇਡ ਹੈ। ਮਨ ਦੇ ਅੰਦਰ ਵੀ ਹੰਕਾਰ ਆਉਂਦਾ ਹੈ, ਸੂਖਮ ਰੂਪ ਅੰਦਰ ਹੋ ਸਕਦਾ ਬੰਦਗੀ ਦਾ ਹੰਕਾਰ ਆਵੇ, ਮਾਣ ਦਾ ਬਣ ਜਾਏ, ਸੇਵਾ ਕੀਤੀ ਦਾ ਜਾਂ ਸਿਆਣਪ ਦਾ, ਗੁਣਾਂ ਦਾ। ਸਾਹਿਬ ਜੀ ਕਹਿ ਰਹੇ ਨੇ ਹਰ ਪ੍ਰਕਾਰ ਦਾ ਹੰਕਾਰ, ਹਰ ਤਰ੍ਹਾਂ ਦਾ ਮਾਣ ਅਭਿਮਾਨ ਛੱਡ ਦਿਓ, ਨਿਮਾਣੇ ਬਣ ਕੇ ਜਗਤ ਵਿੱਚ ਵਿਚਰੋ। ਤੇ ਅੱਗੇ ਗਰੀਬ ਨਵਾਜ ਦਾ ਬਚਨ ਹੈ, ਕਾਮ ਕ੍ਰੋਧ ਸੰਗਤ ਦੁਰਜਨ ਕੀ। ਸਾਹਿਬ ਜੀ ਕਹਿੰਦੇ ਕਾਮ ਤੇ ਕ੍ਰੋਧ ਇਹ ਦੋ ਵਿਕਾਰ। ਤੇ ਤੀਜੀ ਗੱਲ ਜੋ ਆਪਣੇ ਜ਼ਿਹਨ 'ਚ ਰੱਖਣੀ ਹੈ, ਅਧਿਆਤਮਕ ਮੁਤਲਾਸ਼ੀ ਜੀਵਨ ਦੀ ਪ੍ਰਾਪਤੀ ਵਾਲੇ ਨੇ, ਉਹ ਇਹ ਹੈ ਕਿ ਮਾੜਿਆਂ ਦੀ ਸੰਗਤ, ਦੁਰਜਨ ਦੀ ਸੰਗਤ ਮਤਲਬ ਦੁਸ਼ਟਾਂ ਦੀ ਸੰਗਤ, ਨਿੰਦਕਾਂ ਦੀ ਸੰਗਤ, ਉਹ ਤੋਂ ਬਚ ਕੇ ਰਹਿਣਾ ਹੈ। ਮਾੜੇ ਪੁਰਸ਼ ਦੀ ਸੰਗਤ ਤੋਂ ਬਚਣਾ ਹੈ। ਹਰ ਪ੍ਰਕਾਰ ਦੀ ਮਾੜੀ ਸੰਗਤ ਦਾ ਤਿਆਗ ਕਰਨਾ ਜ਼ਿੰਦਗੀ ਦੇ ਅੰਦਰ। ਇਹਨਾਂ ਤੋਂ ਮਹਾਰਾਜ ਜੀ ਕਹਿੰਦੇ ਐਨਿਸ ਭਾਗੋ ਤਾਤੇ ਐਨਿਸ ਭਾਗੋ। ਐਨਿਸ ਮਾਣੇ ਦਿਨ ਰਾਤ। ਗੁਰੂ ਸਾਹਿਬ ਕਹਿ ਰਹੇ ਨੇ ਹਰ ਵਕਤ ਇਹਨਾਂ ਤੋਂ ਬਚ ਕੇ ਰਹੋ, ਮਾੜੀ ਸੰਗਤ ਤੋਂ, ਕਾਮ ਤੇ ਕ੍ਰੋਧ ਤੋਂ ਰਹਾਓ। ਅੱਗੇ ਸਾਹਿਬ ਨੇ ਬਚਨ ਬਖਸ਼ੇ ਨੇ, ਦੋ ਪਦੇ ਨੇ ਸ਼ਬਦ ਦੇ ਅੰਦਰ। ਪਹਿਲਾ ਪਦਾ ਹੈ, ਸੁਖ ਦੁੱਖ ਦੋਨੋਂ ਸਮ ਕਰ ਜਾਣੈ ਔਰ ਮਾਨ ਅਪਮਾਨਾ। ਸਾਹਿਬ ਜੀ ਕਹਿੰਦੇ ਸੁੱਖ ਤੇ ਦੁੱਖ ਦੋਨਾਂ ਨੂੰ ਉਹ ਸਮ ਕਰਕੇ ਜਾਣਦਾ ਹੈ। ਜਿਹਦੇ ਉੱਤੇ ਗੁਰਾਂ ਦੀ ਕਿਰਪਾ ਹੋ ਜਾਂਦੀ ਹੈ, ਇਸ ਆਤਮਕ ਅਵਸਥਾ ਦਾ ਮਾਲਕ, ਬੜੀ ਉੱਚੀ ਆਤਮਕ ਅਵਸਥਾ, ਉਹਦੇ ਵਿੱਚ ਪਹੁੰਚਿਆ ਹੋਇਆ ਮਹਾਂਪੁਰਖ ਸੁੱਖ ਤੇ ਦੁੱਖ ਵਿੱਚ ਸਮ ਰਹਿੰਦਾ ਹੈ, ਬਰਾਬਰ ਜਾਣਦਾ ਹੈ, ਇੱਜ਼ਤ ਬੇਇੱਜ਼ਤੀ ਨੂੰ ਬਰਾਬਰ ਸਮਝਦਾ ਹੈ। ਉਹ ਮਹਾਰਾਜ ਸਾਹਿਬ ਜੀ ਕਹਿੰਦੇ ਔਰ ਮਾਨ ਅਪਮਾਨਾ, ਮਾਣ ਤੇ ਅਪਮਾਨ, ਇੱਜ਼ਤ ਤੇ ਬੇਇੱਜ਼ਤੀ। ਮਹਾਰਾਜ ਸਾਹਿਬ ਜੀ ਕਹਿੰਦੇ ਸੁੱਖ ਤੇ ਦੁੱਖ ਇਹਨਾਂ ਦੋਨਾਂ ਵਿੱਚ ਬਰਾਬਰ ਵਿਚਰਦਾ ਹੈ। ਉਹਨੂੰ ਕੋਈ ਫਰਕ ਨਹੀਂ ਪੈਂਦਾ ਉਹਦੀ ਕੋਈ ਨਿੰਦਾ ਕਰੀ ਜਾਏ, ਉਹਨੂੰ ਕੋਈ ਫਰਕ ਨਹੀਂ ਪੈਂਦਾ ਉਹਦੀ ਕੋਈ ਉਸਤਤ ਕਰੀ ਜਾਏ। ਇਹ ਬ੍ਰਹਮ ਗਿਆਨੀ ਦੇ ਲੱਖਣ ਦੱਸੇ ਮਹਾਰਾਜ ਨੇ ਬਾਣੀ ਦੇ ਅੰਦਰ। ਸੱਚੇ ਪਾਤਸ਼ਾਹ ਜੀ ਦਾ ਬਚਨ ਹੈ, ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ। ब्रह्म ज्ञानी कै दृष्ट समान जैसे राज रंक को लागै तुल पवान। ब्रह्म ज्ञानी कै धीरज एक जो बसुधा कोऊ खोदै कोऊ चंदन लेप। इस तरह वड्डे धीरज दा मालक हुंदा ब्रह्म ज्ञानी। बड़ियां इतिहास विच उदाहरणां ने जिथे गुरु महाराज दे सिखां नूं इह अवस्था प्राप्त होई और सुख ते दुख विच मान अपमान विच हरख ते सोग विच बराबर हो गए। उस्तत निंदा उन्हां ने छड़ दित्ती जिंदगी विचों। उच्चे निर्वाण पद दी उन्हां नूं प्राप्ति हो गई। उन्हां विचों गुरु तेग बहादुर साहब जी दे अपने सिखां दा इतिहास है। गुरु तेग बहादुर महाराज साहब ने जदों शहादत दा जाम पीता है, 54 साल दी उमर सी साहबां दी उदों, ते गरीब नवाज दे नाल 3 सिखां नूं शहीद कीता गया, जिन्हां दा जिक्र आउंदा है। भाई साहब भाई सती दास जी महापुरख, भाई साहब भाई मती दास, भाई दयाला जी। साध संगत इतिहास विच लिखिया है कि जिस वक्त भाई साहब भाई सती दास नूं शहीद कीता गया, उन्हां नूं ते इस तरह शहीद कीता गया जिवें दा उन्हां दा नां सी उहदे मुताबक, क्योंकि जिहड़ी सती प्रथा है ਉਹਦਾ ਮਤਲਬ ਇਹ ਵੀ ਜਿਉਂਦੇ ਜੀ ਅੱਗ ਦੇ ਵਿੱਚ ਸਾੜਨਾ। ਭਾਈ ਸਾਹਿਬ ਨੂੰ ਰੂੰ ਲਪੇਟ ਕੇ ਸਰੀਰ ਦੇ ਇਰਦ ਗਿਰਦ ਅੱਗ ਲਾ ਦਿੱਤੀ। ਗੁਰੂ ਦਾ ਸਿੱਖ ਵਿੱਚ ਖਲੋਤਾ, ਸਾਧ ਸੰਗਤ ਰਿੱਝਦਾ ਰਿਹਾ ਸ਼ਕਰ ਗੰਧੀ ਵਾਂਗ। ਵੱਖਰੀ ਗੱਲ ਹੈ ਕਿ ਜੋ ਇਨਸਾਨ ਬੁੱਧੀ ਮੰਡਲ ਦੇ ਵਿੱਚੋਂ ਵਿਚਰੇਗਾ ਤੇ ਅਧਿਆਤਮਕ ਜੀਵਨ ਦੇ ਰੰਗ ਨੂੰ ਨਹੀਂ ਜਾਣਦਾ, ਉਹ ਇਹ ਗੱਲ ਨੂੰ ਨਹੀਂ ਸਮਝ ਸਕਦਾ ਕਿ ਭਾਈ ਸਾਹਿਬ ਇਸ ਅਵਸਥਾ ਦੇ ਵਿੱਚ ਰਹੇ ਹੋਣਗੇ ਕਿ ਉਹਨਾਂ ਨੇ ਦੁੱਖ ਨਾ ਮਨਾਇਆ ਹੋਵੇ। ਜਦੋਂ ਭਾਈ ਸਾਹਿਬ ਭਾਈ ਮਤੀ ਦਾਸ ਜੀ ਦੇ ਸਰੀਰ ਨੂੰ ਚੀਰ ਕੇ ਆਰੇ ਨਾਲ 2 ਟੁਕੜੇ ਕਰ ਦਿੱਤਾ, ਉਹਨਾਂ ਦੇ ਬਾਬਤ ਇਤਿਹਾਸ ਵਿੱਚ ਬਚਨ ਇਉਂ ਲਿਖਿਆ ਹੈ ਕਿ ਜਦੋਂ
ਆਰੇ ਨਾਲ ਸਰੀਰ ਆਪ ਦਾ ਚਿਰ ਰਿਹਾ ਸੀ ਤੇ ਆਪ ਜੀ ਪਾਵਨ ਬਾਣੀ ਜਪਜੀ ਸਾਹਿਬ ਦੇ ਵਿੱਚ ਸੁਰਤ ਟਿਕਾ ਕੇ ਸਾਹਿਬ ਦੀ ਪਾਵਨ ਬਾਣੀ ਜਪਜੀ ਸਾਹਿਬ ਨੂੰ ਆਪਣੀ ਸੁਰਤ ਦੇ ਨਾਲ ਜਪ ਰਹੇ ਸਨ। ਤੇ ਇਤਿਹਾਸ ਵਿੱਚ ਜ਼ਿਕਰ ਹੈ ਕਿ ਅਰਧੋ ਅਰਧ ਚਰਾਏ ਸੁਡਾਰਾ ਪ੍ਰਥਵੀ ਪਰ ਪਰਿਓ ਹਵੈ ਦੋ ਫਾਰਾ। ਸਰੀਰ ਚਿਰ ਕੇ ਦੋ ਟੁਕੜੇ ਹੋ ਗਿਆ ਭਾਈ ਸਾਹਿਬ ਜੀ ਦਾ, ਤੇ ਸਾਧ ਸੰਗਤ ਦੋ ਟੁਕੜਿਆਂ ਦੇ ਵਿੱਚ ਸਰੀਰ ਜਦੋਂ ਵੰਡਿਆ ਗਿਆ, ਸਿਰ ਦੇ ਉੱਪਰ ਆਰਾ ਟਿਕਿਆ ਔਰ ਸਾਧ ਸੰਗਤ ਇਸ ਤਰ੍ਹਾਂ ਸਰੀਰ ਲੱਤਾਂ ਤੱਕ ਦੋ ਟੁਕੜੇ ਹੋ ਕੇ ਜ਼ਮੀਨ ਤੇ ਡਿੱਗ ਪਿਆ। ਅਰਧੋ ਅਰਧ ਚਰਾਏ ਸੁਡਾਰਾ ਪ੍ਰਥਵੀ ਪਰ ਪਰਿਓ ਹਵੈ ਦੋ ਫਾਰਾ। ਪ੍ਰਥਵੀ ਮੈਨੇ ਧਰਤੀ, ਜ਼ਮੀਨ ਦੇ ਉੱਤੇ ਦੋ ਫਾੜ ਹੋ ਕੇ ਭਾਈ ਸਾਹਿਬ ਜੀ ਦਾ ਸਰੀਰ ਡਿੱਗ ਪਿਆ। ਤੇ ਅੱਗੇ ਬਚਨ ਲਿਖਿਆ ਹੈ ਇਤਿਹਾਸ ਵਿੱਚ ਕਿ ਦੋਨੋਂ ਤਨ ਤੇ ਜਪਜੀ ਪੜੈ ਹੇਰਤ ਸਭ ਕੋ ਅਚਰਜ ਬੜੈ। ਦੋਵੇਂ ਸ਼ਰੀਰਾਂ ਦੇ ਵਿੱਚੋਂ ਪਾਵਨ ਬਾਣੀ ਜਪਜੀ ਸਾਹਿਬ ਦੀ ਆਵਾਜ਼ ਆ ਰਹੀ ਸੀ। ਕਿੰਨੀ ਉੱਚੀ ਅਵਸਥਾ ਸਾਧ ਸੰਗਤ। ਫਿਰ ਮੈਂ ਜ਼ਿਕਰ ਕਰਦਾ ਵੀ ਬੁੱਧੀ ਮੰਡਲ ਵਿੱਚ ਵਿਚਰਨ ਵਾਲਾ, ਜਿਹਦੇ ਉੱਤੇ ਗੁਰੂ ਮਾਲਕ ਦੀ ਕਿਰਪਾ ਨਾ ਹੋਵੇ, ਸਾਧ ਸੰਗਤ ਸੰਸਾਰੀ ਬੰਦਾ ਨਹੀਂ ਇਸ ਅਵਸਥਾ ਦੇ ਬਾਬਤ ਜਾਣ ਸਕਦਾ। ਉਹਦੀ ਬੁੱਧੀ ਨਹੀਂ ਮੰਨੇਗੀ ਵੀ ਇਸ ਤਰ੍ਹਾਂ ਦੀ ਅਵਸਥਾ ਵੀ ਹੋ ਸਕਦੀ ਹੈ। ਪਰ ਮਹਾਰਾਜ ਪਾਵਨ ਪਵਿੱਤਰ ਬਾਣੀ ਦੇ ਵਿੱਚ ਜੋ ਅੱਜ ਦਾ ਬਚਨ ਹੈ, ਇਹਦੇ ਪਰਥਾਏ ਹੋਰ ਬੜੇ ਬਚਨ ਬਖਸ਼ੇ ਮਹਾਰਾਜ ਨੇ, ਕਿਉਂਕਿ ਬਾਣੀ ਦੀ ਵਿਆਖਿਆ ਕਰਦੀ ਹੈ। ਗਰੀਬ ਨਵਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਬਚਨ ਆਉਂਦਾ ਸੋਠ ਰਾਗ ਵਿੱਚ, ਆਪਾਂ ਅੱਗੇ ਵਿਚਾਰਾਂਗੇ। ਉਹਦੇ ਵਿੱਚ ਵੀ ਮਹਾਰਾਜ ਨੇ ਇਸੇ ਅਵਸਥਾ ਦਾ ਜ਼ਿਕਰ ਕੀਤਾ। ਸਾਹਿਬ ਜੀ ਦਾ ਬਚਨ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਪੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਮਹਾਰਾਜ ਕਹਿੰਦੇ ਨਹਿ ਨਿੰਦਿਆ ਨਹਿ ਉਸਤਤ ਜਾਕੈ, ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹੇ ਨਿਆਰੋ ਨਾਹੀ ਮਾਨ ਅਪਮਾਨਾ। ਆਸਾ ਮਨਸਾ ਸਗਲ ਤਿਆਗੈ, ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹੇ ਨਿਰਾਸਾ। ਕਾਮ ਕ੍ਰੋਧ ਜੇ ਪਰਸੇ ਨਾਹਿਨ ਤਿਹ ਕਟ ਬ੍ਰਹਮ ਨਿਵਾਸਾ। ਮਹਾਰਾਜ ਕਹਿੰਦੇ ਉਹਦੇ ਅੰਦਰ ਬ੍ਰਹਮ ਦਾ ਨਿਵਾਸ ਹੈ, ਸਮਝ ਲਓ। ਉਂਝ ਤੇ ਅਰਥ ਇਹ ਵੀ ਕਰਦੇ ਨਾ ਵਿਦਵਾਨ ਵੀ ਜਿਹੜਾ ਇਸ ਤਰ੍ਹਾਂ ਕਰੇ ਉਹਦੇ ਅੰਦਰ ਬ੍ਰਹਮ ਦਾ ਵਾਸ ਹੋਵੇਗਾ। ਪਰ ਸਾਧ ਸੰਗਤ ਯਥਾਰਥ ਇਹ ਹੈ, ਸਚਾਈ ਨੂੰ ਆਪਾਂ ਇਦਾਂ ਸਮਝ ਸਕਦੇ ਹਾਂ ਵੀ ਜਿਹਦੇ ਅੰਦਰ ਬੰਦਗੀ ਕਰਕੇ ਇਹ ਅਵਸਥਾ ਬਣ ਗਈ, ਜਿਹਦੇ ਅੰਦਰ ਬੰਦਗੀ ਆ ਗਈ, ਵਾਹਿਗੁਰੂ ਦਾ ਵਾਸ ਹੋ ਗਿਆ, ਉਹਦੀ ਇਹ ਅਵਸਥਾ ਬਣੇਗੀ। ਸਤਿਗੁਰੂ ਕਹਿੰਦੇ ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹੇ ਨਿਰਾਸਾ। ਕਾਮ ਕ੍ਰੋਧ ਜੇ ਪਰਸੇ ਨਾਹਿਨ ਤਿਹ ਕਟ ਬ੍ਰਹਮ ਨਿਵਾਸਾ। ਗੁਰ ਕਿਰਪਾ ਬਚਨ ਆ ਗਿਆ ਨਾ, ਸਪਸ਼ਟ ਕਰ ਦਿੱਤਾ ਮਹਾਰਾਜ ਨੇ। ਗੁਰ ਕਿਰਪਾ ਜੇ ਨਰ ਕੋ ਕੀਨੀ, ਤਿਹ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ, ਸੰਗ ਪਾਨੀ। ਉਹ ਮਹਾਂਪੁਰਖ, ਉਹ ਸਤਪੁਰਖ, ਉਹ ਬੰਦਗੀ ਕਰਨ ਵਾਲਾ ਵਡਭਾਗਾ ਵਾਹਿਗੁਰੂ ਚ ਏਦਾਂ ਮਿਲਿਆ ਹੁੰਦਾ ਜਿਵੇਂ ਪਾਣੀ ਚ ਪਾਣੀ ਮਿਲ ਜਾਂਦਾ। ਮਹਾਰਾਜ ਕਹਿੰਦੇ ਇੱਕ ਰੂਪ ਹੁੰਦਾ ਨਾ ਰੱਬ ਦੇ ਵਿੱਚ, ਤੇ ਉਸ ਸਤਪੁਰਖ ਚ ਕੋਈ ਫਰਕ ਨਹੀਂ ਰਹਿ ਜਾਂਦਾ। ਸੱਚੇ ਪਾਤਸ਼ਾਹ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਹੋਰ ਬਚਨ ਦੇ ਦਰਸ਼ਨ ਕਰੀਏ। ਮਹਾਰਾਜ ਨੇ ਸਾਧ ਸੰਗਤ ਪਵਿੱਤਰ ਬਾਣੀ ਉਚਾਰੀ ਹੈ। 116 ਗਰੀਬ ਨਵਾਜ ਦੇ ਸ਼ਬਦ ਨੇ ਦਰਗਾਈ ਅਕਾਲੀ ਪਵਿੱਤਰ ਬਾਣੀ, ਜਿਹਦੇ ਵਿੱਚ 59 ਸ਼ਬਦ ਨੇ ਸੱਚੇ ਪਾਤਸ਼ਾਹ ਦੇ, ਇੱਕ ਘੱਟ 60 ਤੇ 57 ਗੁਰੂ ਤੇਗ ਬਹਾਦਰ ਮਹਾਰਾਜ ਦੇ ਪਾਵਨ ਸ਼ਲੋਕ ਨੇ। ਸਾਧ ਸੰਗਤ ਗਰੀਬ ਨਵਾਜ ਦਾ ਬਚਨ ਆਉਂਦਾ ਇਸੇ ਅਵਸਥਾ ਦੇ ਬਾਬਤ ਰਾਗ ਧਨਾਸਰੀ ਦੇ ਵਿੱਚ। ਧਨਾਸਰੀ ਰਾਗ ਵਿੱਚ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਤਿਹ ਜੋਗੀ ਜੁਗਤ ਨਾ ਜਾਨੋ, ਉਹ ਜੋਗੀ ਨੂੰ ਮੈਂ ਸਮਝਦਾ। ਸਤਿਗੁਰੂ ਜੀ ਕਹਿੰਦੇ ਅਜੇ ਜੁਗਤੀ ਨਹੀਂ ਆਈ ਜੀਵਨ ਜਿਉਣ ਦੀ, ਕਿਉਂਕਿ ਗੱਲ ਤੇ ਜੁਗਤ ਦੀ ਹੈ। ਜੀਵਨ ਸਾਧ ਸੰਗਤ YouTube ਦੇ ਉੱਤੇ ਨਾ 227, ਜੇ ਮੈਂ ਭੁੱਲਦਾ ਨਹੀਂ 227 ਭਰ ਕੇ ਤੇ ਅੱਗੇ ਭਰਨਾ ਜੀਵਨੀ ਭਾਈ ਕਨਵਰਜੀਤ ਸਿੰਘ ਐਫਸਪੋਰਟ ਦੇ ਵਿੱਚ ਰਹਿੰਦੇ ਨੇ। ਤਕਰੀਬਨ 7 ਸਾਲ ਪੁਰਾਣੀ ਗੱਲ, ਉਦੋਂ ਮੈਂ ਉਹਨਾਂ ਦੇ ਦਰਸ਼ਨ ਕੀਤੇ ਸਨ। ਉਦੋਂ ਜਿਉਂਦੇ ਜਾਗਦੇ ਸਨ, ਪਰਮਾਤਮਾ ਦੀ ਕਿਰਪਾ ਨਾਲ ਹੋ ਸਕਦਾ ਅੱਜ ਵੀ ਉਹ ਸਲਾਮਤ ਹੋਣ।
ਉਹ ਮਰ ਕੇ ਦੁਬਾਰਾ ਜਿਉਂਦੇ ਹੋਏ ਨੇ। ਬੜੀਆਂ ਘਟਨਾਵਾਂ ਨੇ ਇਸ ਤਰ੍ਹਾਂ ਦੀਆਂ, ਜਿਹੜੇ ਸੰਸਾਰ ਤੋਂ ਤੁਰ ਗਏ ਦੁਬਾਰਾ ਆਏ। ਉਹ ਲੰਮੀ ਗੱਲ ਹੈ, ਉਂਝ ਤੇ 57 ਮਿੰਟ ਦੀ ਉਹਨਾਂ ਦੀ ਆਪਣੀ ਜੀਵਨੀ, ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਸਭ ਕੁਝ ਉਹਨਾਂ ਨਾਲ ਬਣਿਆ ਹੈ। ਪਰ ਜਦੋਂ ਦੁਬਾਰਾ ਆਏ ਨਾ ਸੰਸਾਰ ਵਿੱਚ, ਉਹ ਇੱਕ ਪੈਗਾਮ ਲੈ ਕੇ ਆਏ ਵਾਹਿਗੁਰੂ ਵੱਲੋਂ, ਜੋ ਉਹਨਾਂ ਨੂੰ ਪ੍ਰਮਾਤਮਾ ਨੇ ਹੁਕਮ ਕੀਤਾ ਸੀ। ਉਹਨਾਂ ਦੇ ਮੁਤਾਬਕ ਉਹਨਾਂ ਨੇ ਕਿਹਾ, ਕਹਿੰਦੇ ਵਾਹਿਗੁਰੂ ਨੇ ਇਹ ਕਿਹਾ ਵੀ ਜੇ ਤੂੰ ਸੱਚਖੰਡ ਆਉਣਾ ਚਾਹੁੰਦਾ, ਆਪਣਾ ਜੀਵਨ ਬਣਾ ਕੇ ਆਈ। ਮੈਂ ਉਹਨਾਂ ਦੇ ਦਰਸ਼ਨ ਕੀਤੇ, ਕੋਲ ਬੈਠ ਕੇ ਸਾਰੀ ਗੱਲ ਉਹਨਾਂ ਕੋਲੋਂ ਸੁਣੀ ਹੈ। ਭਾਈ ਕਨਵਰਜੀਤ ਸਿੰਘ ਐਬਸਪੋਰਟ ਰਹਿੰਦੇ। ਸਾਧ ਸੰਗਤ ਜੀਵਨ ਬਣਾ ਕੇ ਆਈ, ਜੀਵਨ ਬਣਾਉਣ ਦੀ ਗੱਲ ਹੈ ਸਾਰੀ। ਜੀਵਨ ਬਣਾਉਣਾ ਬੜਾ ਔਖਾ ਹੈ, ਕਹਿਣਾ ਬਹੁਤ ਸੌਖਾ ਹੈ। ਜਿਹੜਾ ਜੀਵਨ ਹੈ, ਜੀਵਨ ਬਣਾਉਣ ਵਾਸਤੇ ਆਪਣਾ ਆਪ ਸਮਰਪਿਤ ਕਰਨਾ ਗੁਰਾਂ ਨੂੰ। ਜਿਵੇਂ ਪਹਿਲਾਂ ਗੁਰੂ ਵਾਲੇ ਬਣਨਾ, ਫਿਰ ਗੁਰਾਂ ਦੀ ਦੱਸੀ ਮਰਿਆਦਾ ਨੂੰ ਜ਼ਿੰਦਗੀ ਵਿੱਚ ਹਰ ਵਕਤ ਪਾਲਣ ਦੀ ਕੋਸ਼ਿਸ਼ ਵਿੱਚ ਰਹਿਣਾ। ਬਾਣੀ ਦੇ ਜਪ ਦੇ ਨਾਲ ਹੀ ਇਹ ਅਵਸਥਾ ਬਣ ਸਕਦੀ। ਗੱਲਾਂ ਬਾਤਾਂ ਨਾਲ ਪਰਮਾਰਥਕ ਜੀਵਨ ਅੱਜ ਤੱਕ ਨਾ ਕਿਸੇ ਨੂੰ ਮਿਲਿਆ ਹੈ ਤੇ ਨਾ ਮਿਲ ਸਕਦਾ ਹੈ। ਗਰੀਬ ਨਵਾਜ ਕਹਿੰਦੇ ਉਹ ਜੋਗੀ ਜੋਗੀ ਨਹੀਂ, ਕਿਉਂਕਿ ਜੋਗੀ ਦਾ ਮਤਲਬ ਹੁੰਦਾ ਜਿਹੜਾ ਜੁੜਿਆ ਹੁੰਦਾ ਹੈ। ਉਹ ਜੋਗੀ ਜੋਗੀ ਨਹੀਂ ਜਿਹਨੂੰ ਜੀਵਨ ਦੀ ਜੁਗਤ ਨਹੀਂ ਆਈ, ਜਿਨੇ ਵਾਹਿਗੁਰੂ ਦੇ ਜਿਹੜੇ ਮਾਰਗ ਨੂੰ ਨਹੀਂ ਜਿਹਨੇ ਪਛਾਣਿਆ। ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਚਨ ਅਰਜ਼ ਕਰਨ ਲੱਗਾ ਸੀ। ਮਹਾਰਾਜ ਨੇ ਬਚਨ ਆਖਿਆ ਧਨਾਸਰੀ ਰਾਗ ਵਿੱਚ। ਸਾਹਿਬ ਕਹਿੰਦੇ ਤਿਹ ਜੋਗੀ ਕੋ ਜੁਗਤ ਨਾ ਜਾਨੂ, ਲੋਭ ਮੋਹ ਮਾਇਆ ਮਮਤਾ ਫੁਨ, ਜਿਹ ਕਟ ਮਾਹੇ ਪਛਾਨੋ। ਜਿਹਦੇ ਅੰਦਰ ਲੋਭ ਨਹੀਂ ਗਿਆ, ਜਿਹਦੇ ਅੰਦਰੋਂ ਮਮਤਾ ਨਹੀਂ ਮਰੀ ਅਜੇ, ਜਿਹਦੇ ਅੰਦਰੋਂ ਮੋਹ ਨਹੀਂ ਗਿਆ। ਮੋਹ ਦੀਆਂ ਤੰਦਾਂ ਬੜੀਆਂ ਕਰੜੀਆਂ ਨੇ ਸਾਧ ਸੰਗਤ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਤਿਤ ਸਰਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਨਹਿ ਕੀਆ ਪੰਕਜ ਮੋਹ। ਮੋਹ ਦਾ ਮਤਲਬ ਚਿੱਕੜ, ਚਿੱਕੜ 'ਚ ਤੁਰਨਾ ਬੜਾ ਔਖਾ ਹੁੰਦਾ ਹੈ। ਪੰਕਜ ਮੋਹ, ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜਾ ਮੋਹ ਹੈ ਉਹ ਚਿੱਕੜ ਦੀ ਤਰ੍ਹਾਂ ਹੈ। ਪੱਗ ਨਹੀਂ ਚੱਲੈ ਹਮ ਦੇਖਾ, ਤੈਂ ਡੂਬੀ ਵਾਲੇ ਵੇਖਿਆ, ਡੁੱਬ ਰਹੇ ਇਹਦੇ ਵਿੱਚ ਬਹੁਤ ਸਾਰੇ। ਮੋਹ ਦੀ ਤੰਦ ਬੜੀ ਤੋੜਨੀ ਔਖੀ ਹੈ ਸਾਧ ਸੰਗਤ। ਪਦਾਰਥਾਂ ਦਾ ਮੋਹ, ਪਰਿਵਾਰ ਦਾ ਮੋਹ, ਸੰਸਾਰਕ ਮੋਹ। ਗਰੀਬ ਨਵਾਜ ਕਹਿੰਦੇ ਉਹ ਜੋਗੀ ਅਜੇ ਜੋਗੀ ਨਹੀਂ ਜਿਹਦੇ ਅੰਦਰ ਮੋਹ ਹੈ, ਜਿਹਦੇ ਅੰਦਰ ਲੋਭ ਹੈ, ਜਿਹਦੇ ਅੰਦਰ ਮਮਤਾ ਹੈ। ਗਰੀਬ ਨਵਾਜ ਦਾ ਬਚਨ ਲੋਭ ਮੋਹ ਮਾਇਆ ਮਮਤਾ ਫੁਨ, ਜੇ ਕਟ ਮਾਹੇ ਪਛਾਨੋ। ਅੱਗੇ ਬਚਨ ਆਉਂਦਾ ਪਰ ਨਿੰਦਾ ਉਸਤਤ ਨਹਿ ਜਾ ਕੇ ਕੰਚਨ ਲੋਹ ਸਮਾਨੋ। ਪਰਾਈ ਨਿੰਦਾ ਨਹੀਂ ਛੱਡੀ ਅਜੇ ਤੱਕ। ਤੇ ਗਰੀਬ ਨਵਾਜ ਕਹਿੰਦੇ ਉਸਤਤ ਵੀ, ਕਿਉਂਕਿ ਨਿੰਦਾ ਦਾ ਵਿਰੋਧੀ ਸ਼ਬਦ ਹੈ ਉਸਤਤ। ਦੋਵਾਂ ਨੂੰ ਮਹਾਰਾਜ ਨੇ ਤਿਆਗਣ ਲਈ ਆਖਿਆ ਬਾਣੀ 'ਚ। ਸੱਚ ਨੂੰ ਸੱਚ ਕਹਿਣਾ ਕੇਵਲ ਸੀਮਤ ਸ਼ਬਦਾਂ ਦੇ ਅੰਦਰ, ਕਿਉਂਕਿ ਮਹਾਰਾਜ ਨੇ ਬਾਣੀ 'ਚ ਵੀ ਆਖਿਆ ਵੀ ਘੱਟ ਬੋਲੋ। ਆਪਾਂ ਨੂੰ ਹਦਾਇਤ ਹੈ ਜ਼ਿਆਦਾ ਨਹੀਂ ਬੋਲਣਾ ਚਾਹੀਦਾ, ਲੋੜ ਤੋਂ ਜ਼ਿਆਦਾ ਬੋਲਣਾ ਵੀ ਇੱਕ ਪਾਪ ਹੀ ਹੈ। ਸੀਮਤ ਸ਼ਬਦਾਂ 'ਚ ਬੋਲਣਾ ਤੇ ਸੱਚ ਨੂੰ ਸੱਚ ਕਹਿਣਾ। ਤੇ ਸਾਧ ਸੰਗਤ ਕਦੀ ਕਦਾਈ ਜ਼ਿੰਦਗੀ 'ਚ ਐਸਾ ਸਮਾਂ ਵੀ ਆ ਸਕਦਾ ਜਦੋਂ ਸੱਚ ਜਿਹੜਾ ਹੈ ਉਹ ਬੋਲਣ ਤੋਂ ਗੁਰੇਜ਼ ਕੀਤਾ ਜਾਏ। ਉਹਦੇ ਲਈ ਇੱਕ ਲੰਮੀ ਵਿਆਖਿਆ ਚਾਹੀਦੀ ਹੈ। ਤੇ ਝੂਠ ਬੋਲਣਾ ਵੀ ਕਈ ਵਾਰ ਪੁੰਨ ਹੋ ਜਾਂਦਾ ਹੈ। ਉਹਦਾ ਮਤਲਬ ਹੁੰਦਾ ਵੀ ਸੱਚ ਨੂੰ ਸਮਰਪਿਤ ਹੋ ਕੇ ਬੋਲੇ। ਜਿਵੇਂ ਕੋਈ ਫਾਂਸੀ ਤੇ ਲਟਕ ਰਿਹਾ ਹੈ, ਕਿਸੇ ਦੇ ਬੋਲਣ ਕਰਕੇ ਕਿਸੇ ਦਾ ਭਲਾ ਹੋ ਜਾਏ। ਜਿਸ ਤਰ੍ਹਾਂ ਨਾਲ ਸਾਧ ਸੰਗਤ ਭਾਈ ਦੋ ਗੁਰੂ ਮਹਾਰਾਜ ਦੇ ਸਿੱਖ ਹੋਏ ਹਨ ਤੇ ਮੁਸਲਮਾਨ ਗਨੀ ਖਾਂ ਤੇ ਮਨੀ ਖਾਂ, ਭਾਈ ਗਨੀ ਖਾਂ ਤੇ ਨਬੀ ਖਾਂ, ਜਿਨ੍ਹਾਂ ਨੇ ਆਖਿਆ ਸੀ ਕਿ ਉੱਚ ਦੇ ਪੀਰ ਨੇ, ਪਰ ਸੱਚੇ ਸੀ ਵੀ ਉਹ ਸਿੱਧਾ ਅਲਫਾਜ਼ ਇਹ ਨੇ ਕਿ ਗੁਰੂ ਗੋਬਿੰਦ ਸਿੰਘ ਨੇ, 10ਵੇਂ ਪਾਤਸ਼ਾਹ ਨੇ, ਇਹ 10ਵੇਂ ਨਾਨਕ ਨੇ। ਪਰ ਉਹਨਾਂ ਕਿਹਾ ਉੱਚ ਦੇ ਪੀਰ ਨੇ। ਹੈ ਝੂਠ ਸੀ, ਪਰ ਐਸਾ ਝੂਠ ਜਿਹੜਾ ਸੱਚ ਨੂੰ ਬਚਾਉਣ ਵਾਸਤੇ ਸੀ। ਐਸਾ ਝੂਠ ਸੱਚ ਤੋਂ ਵੀ ਵੱਡਾ ਹੁੰਦਾ ਹੈ, ਉੱਚਾ ਹੁੰਦਾ ਹੈ। ਖੈਰ ਸਾਹਿਬ ਜੀ ਕਹਿੰਦੇ ਲੋਭ ਮੋਹ ਮਾਇਆ ਮਮਤਾ ਫੁਨ, ਜਿਹ ਕਟ ਮਾਹੇ ਪਛਾਨੋ। ਪਰ ਨਿੰਦਾ ਉਸਤਤ ਨਹਿ ਜਾ ਕੇ ਕੰਚਨ ਲੋਹ ਸਮਾਨੋ। ਹਰਖ ਸੋਗ ਤੇ ਰਹੇ ਅਤੀਤਾ, ਜੋਗੀ ਤਾਹੇ ਬਖਾਨੋ। ਗੁਰੂ ਮਹਾਰਾਜ ਕਹਿੰਦੇ ਉਹ ਹੁੰਦਾ ਜੋਗੀ ਜਿਹੜਾ ਹਰਖ ਤੇ ਸੋਗ ਤੋਂ ਉੱਚਾ ਉੱਠ ਜਾਏ। ਚੰਚਲ ਮਨ ਦਾ ਦਿਸ਼ ਕੋ ਧਾਵਤ, ਅਚਲ ਜਾਹੇ ਠਹਿਰਾਨੋ। ਜਿਹੜਾ ਚੰਚਲ ਮਨ 10 ਦਿਸ਼ਾਵਾਂ 'ਚ ਭੱਜਣ ਵਾਲਾ, ਜਿਹੜਾ ਇਹਨੂੰ ਜਿੱਤ ਕੇ ਅਚਲ ਅਵਸਥਾ ਦਾ ਮਾਲਕ ਬਣ ਜਾਂਦਾ। ਕਹੋ ਨਾਨਕ ਇਹ ਬਿਦ ਕੋ ਜੋ ਨਰ, ਮੁਕਤ ਤਾਹੀ ਤੁਮ ਜਾਨੋ।
ਇਸ ਤਰ੍ਹਾਂ ਸਾਧ ਸੰਗਤ ਸੁਹਣੀ ਸਾਹਿਬ ਚ ਆਪਾਂ ਦਰਸ਼ਨ ਕਰੀਏ। ਸਤਿਗੁਰੂ ਕਹਿੰਦੇ ਕਿ ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ। ਉਹ ਧਨਵੰਤ ਕੁਲਵੰਤ ਪਤਵੰਤ। ਮਹਾਰਾਜ ਕਹਿੰਦੇ ਉਹ ਧਨ ਵਾਲਾ ਹੈ, ਉੱਚੀ ਕੁੱਲ ਵਾਲਾ ਹੈ, ਉਹੀ ਸੱਚੀ ਪੱਤ ਦਾ ਮਾਲਕ ਹੈ। ਕਿਉਂਕਿ ਬਾਣੀ ਦੀ ਵਿਆਖਿਆ ਕਰਦੀ ਹੈ ਸਾਧ ਸੰਗਤ। ਮਸਕੀਨ ਜੀ ਕਿਆ ਕਰਦੇ ਸਨ? ਸੰਤ ਸਿੰਘ ਮਸਕੀਨ ਬਾਣੀ ਦੀ ਵਿਆਖਿਆ ਕਰਦੀ ਹੈ। ਔਰ ਗੁਰਬਾਣੀ ਜਿਹੜੀ ਹੈ ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ ਸਾਧ ਸੰਗਤ ਇੱਕੋ ਰੂਪ ਹੈ। ਬਾਣੀ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਭਿੰਨਤਾ ਨਹੀਂ, ਬਲਕਿ ਇੱਕ ਰੂਪ ਹੈ ਬਾਣੀ। ਤੇ ਸ਼ਹੀਦਾਂ ਦੇ ਸਰਤਾਜ ਦਾ ਬਚਨ ਇਸ ਅਵਸਥਾ ਦੇ ਬਾਬਤ, ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ। ਉਹ ਤਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਤਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਦਰਾਇਆ। ਜਨ ਆਵਨ ਕਾ ਇਹ ਸਵਾਉ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਸਤਿਗੁਰੂ ਕਹਿੰਦੇ ਉਹ ਮੁਕਤ ਹੁੰਦਾ ਹੈ, ਉਹਦੇ ਵਿੱਚ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਕਿ ਉਹ ਮੁਕਤ ਨਹੀਂ, ਉਹ ਮੁਕਤ ਹੈ। ਗਰੀਬ ਨਵਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਮੁਕਤ ਕਿਹਨੂੰ ਆਖਿਆ? ਸ਼ਲੋਕਾਂ 'ਚ ਸ਼ਬਦ ਆਉਂਦਾ ਹੈ, ਸੱਚੇ ਪਾਤਸ਼ਾਹ ਦਾ ਇੱਕ ਸ਼ਲੋਕ ਹੈ। ਸਾਧ ਸੰਗਤ ਜੀ 57 ਸ਼ਲੋਕਾਂ ਦੇ ਵਿੱਚੋਂ ਇਹ ਸ਼ਲੋਕ ਹੈ 43 ਨੰਬਰ ਸ਼ਲੋਕ। ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਸ਼ਲੋਕ ਵਿੱਚ ਗਰੀਬ ਨਵਾਜ ਕਹਿੰਦੇ, ਜਿਹ ਕਟ ਸਿਮਰਨ ਰਾਮ ਕੋ, ਸੋ ਨਰ ਮੁਕਤਾ ਜਾਨ। ਜਿਹਦੀ ਸੁਰਤ ਸ਼ਬਦ ਨਾਲ ਮਿਲਣ ਲੱਗ ਪਈ, ਜਿਹਦਾ ਮਨ ਵਾਹਿਗੁਰੂ ਦੇ ਨਾਮ ਨਾਲ ਜੁੜ ਗਿਆ, ਉਹਦਾ ਮਤਲਬ ਹੁੰਦਾ ਸਿਮਰਨ। ਕਿਉਂਕਿ ਸੰਸਕ੍ਰਿਤ ਦਾ ਸ਼ਬਦ ਹੈ। ਸਿਮਰਨ ਦਾ ਮਤਲਬ ਹੁੰਦਾ ਪੰਜਾਬੀ ਵਿੱਚ, ਉਰਦੂ ਵਿੱਚ ਜਿਵੇਂ ਯਾਦ ਕਰਨਾ, ਤੇ ਸਾਧ ਸੰਗਤ ਜਿਵੇਂ ਯਾਦ ਕਰਨਾ, ਚੇਤੇ ਕਰਨਾ। ਉਹ ਜਿਹਦੀ ਚੇਤੇ ਦੇ ਵਿੱਚ ਚਲੇ ਗਈ ਗੱਲ, ਵਾਹਿਗੁਰੂ ਦਾ ਨਾਮ ਜਿਹਦੇ ਚੇਤੇ ਦਾ ਅੰਗ ਬਣ ਗਿਆ, ਜਿਹਦੀ ਯਾਦਾਂ ਵਿੱਚੋਂ ਕਦੇ ਵਾਹਿਗੁਰੂ ਨਿਕਲਦਾ ਨਹੀਂ, ਮਤਲਬ ਸਿਮਰਨਾ। ਸਤਿਗੁਰੂ ਜੀ ਕਹਿੰਦੇ, ਜੇ ਕਟ ਸਿਮਰਨ ਰਾਮ ਕੋ, ਸੋ ਨਰ ਮੁਕਤਾ ਜਾਨ। ਤਿਹ ਨਰ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਉਹ ਹੈ ਮੁਕਤ। ਸਤਿਗੁਰੂ ਜੀ ਕਹਿੰਦੇ ਉਹਦੇ 'ਚ ਤੇ ਰੱਬ 'ਚ ਕੋਈ ਫਰਕ ਹੀ ਨਹੀਂ ਰਹਿ ਗਿਆ। ਉਹ ਤੇ ਰੱਬ ਇੱਕ ਰੂਪ ਹੋ ਜਾਂਦੇ ਹਨ। ਜਿਵੇਂ ਸਤਿਗੁਰੂ ਕਹਿੰਦੇ, ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਉਹਨਾਂ 'ਚ ਕੋਈ ਫਰਕ ਨਹੀਂ ਹੁੰਦਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਆਉਂਦੇ ਨੇ ਸਾਧ ਸੰਗਤ। ਉਹਨਾਂ ਦੀ ਇੱਕ ਵਾਰ ਦੀ ਪੌੜੀ ਹੈ। ਭਾਈ ਸਾਹਿਬ ਨੇ ਉਸ ਪੌੜੀ ਦੇ ਵਿੱਚ ਇਸ ਅਵਸਥਾ ਦਾ ਜ਼ਿਕਰ ਕੀਤਾ। ਉਹ ਖੁਦ ਬ੍ਰਹਮ ਗਿਆਨੀ ਹੋਏ ਨੇ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਗੁਰਮਤਿ ਦੇ ਮਾਰਤੰਡ ਵੀ ਨੇ ਔਰ ਬ੍ਰਹਮ ਗਿਆਨ ਦੀ ਮੂਰਤ ਹਨ। ਉਹਨਾਂ ਦੇ ਲਿਖੇ ਹੋਏ ਬਚਨ ਬਕਾਇਦਾ ਗੁਰੂ ਘਰ ਵਿੱਚ ਕਬੂਲ ਕੀਤੇ ਗਏ। ਉਹਨਾਂ ਨੇ ਸਾਧ ਸੰਗਤ ਵਾਰਾਂ ਵਿੱਚ ਇੱਕ ਪੌੜੀ ਆਖੀ ਹੈ। ਭਾਈ ਸਾਹਿਬ ਜੀ ਕਹਿੰਦੇ, ਨਦੀ ਨਾਮ ਸੰਜੋਗ ਮੇਲ ਮਿਲਾਇਆ। ਕਹਿੰਦੇ ਨਦੀ ਦੀ ਬੇੜੀ ਦੇ ਪੂਰ ਦੇ ਵਾਂਗ ਹੈ ਸੰਸਾਰ ਵਿੱਚ ਮਨੁੱਖ ਆਇਆ, ਤੇ ਵਾਰ-ਵਾਰ ਨਹੀਂ ਮਨੁੱਖਾ ਜਨਮ ਮਿਲਣਾ। ਮਨੁੱਖਾ ਜਨਮ ਬਹੁਤ ਕੀਮਤੀ ਹੈ। ਭਈ ਪ੍ਰਾਪਤ ਮਾਨੁਖ ਦਿਉਰੀਆ। ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਦਾ ਬਚਨ ਆਪਾਂ ਰੋਜ਼ ਪੜ੍ਹਦੇ ਰਹਿ ਰਾਸ ਦੀ ਬਾਣੀ 'ਚ। ਭਈ ਪ੍ਰਾਪਤ ਮਾਨੁਖ ਦਿਉਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਸਾਹਿਬ ਜੀ ਕਹਿੰਦੇ, ਵਾਰੀ ਤੇਰੀ ਮਿਲਣ ਦੀ ਪ੍ਰਮਾਤਮਾ ਨਾਲ ਬੰਦਗੀ ਕਰ। ਭਾਈ ਸਾਹਿਬ ਜੀ ਕਹਿੰਦੇ, ਭਾਈ ਗੁਰਦਾਸ ਜੀ, ਨਦੀ ਨਾਮ ਸੰਜੋਗ ਮੇਲ ਮਿਲਾਇਆ, ਸੋਹਣੇ ਅੰਦਰ ਭੋਗ ਰਾਜ ਕਮਾਇਆ। ਸੋਹਣੇ ਅੰਦਰ ਭੋਗ, ਸੋਹਣੇ ਪਦਾਰਥ। ਦੁਨੀਆ ਦੇ ਪਦਾਰਥ ਕਿੰਨੇ ਸੋਹਣੇ ਬਣਾਏ ਵਾਹਿਗੁਰੂ ਨੇ। ਮਨ ਨੂੰ ਮੋਹ ਲੈਣ ਵਾਲੇ ਨਾ, ਇਸ ਕਰਕੇ ਸੋਹਣੇ ਆਖਿਆ। ਜਿਹੜਾ ਸੋਹਣੇ ਪਦਾਰਥਾਂ ਦੇ ਅੰਦਰ ਇਹਨਾਂ ਨੂੰ ਭੋਗਦਿਆਂ ਹੋਇਆਂ, ਪਦਾਰਥਾਂ ਨੂੰ ਮਾਣਦਿਆਂ ਹੋਇਆਂ, ਇਹਨਾਂ ਦੇ ਵਿੱਚ ਇਹਨਾਂ ਨੂੰ ਭੋਗਦਿਆਂ ਜੋਗੀ ਬਣ ਜਾਂਦਾ, ਜੋਗ ਕਮਾ ਲੈਂਦਾ ਹੈ। ਕਿਉਂਕਿ ਮਹਾਰਾਜ ਨੇ ਇਹ ਨਹੀਂ ਆਖਿਆ ਵੀ ਸੰਸਾਰ ਛੱਡੋ। ਮਹਾਰਾਜ ਨੇ ਇਹ ਨਹੀਂ ਕਿਹਾ ਪਰਿਵਾਰ ਛੱਡੋ, ਕੰਮ ਕਾਜ ਛੱਡੋ। ਸਾਹਿਬ ਜੀ ਕਹਿੰਦੇ, ਬਕਾਇਦਾ ਉਠਤ ਬੈਠਤ ਸੋਬਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਕੰਮ ਕਾਜ ਕਰ,
ਪਰ ਸੁਰਤ ਆਪਣੀ ਵਾਹਿਗੁਰੂ ਨਾਲ ਜੋੜ ਕੇ ਰੱਖ। ਤੇ ਰੋਜ਼ੀ ਦਹੰਦ ਵੀ ਮਹਾਰਾਜ ਕਲਗੀਧਰ ਪਿਤਾ ਨੇ ਤੇ ਜਾਪ ਸਾਹਿਬ ਵਿੱਚ ਆਖਿਆ ਵਾਹਿਗੁਰੂ ਨੂੰ ਹੀ ਮੰਨਣਾ ਚਾਹੀਦਾ ਹੈ। 52 ਜਿਹੜੇ ਬਚਨ ਗੁਰੂ ਕਲਗੀਧਰ ਪਿਤਾ ਨੇ ਨਾਂਦੇੜ ਸਾਹਿਬ ਦੀ ਧਰਤੀ ਤੇ ਆਖੇ, ਉਹਨਾਂ ਵਿੱਚ ਇੱਕ ਬਚਨ ਇਹ ਵੀ ਕਿਹਾ ਕਿ ਰੋਜ਼ੀ ਦੇਣ ਵਾਲਾ ਇੱਕ ਪਰਮਾਤਮਾ ਨੂੰ ਹੀ ਮੰਨਣਾ ਹੈ, ਕਿ ਰਿਜ਼ਕ ਦਾਤਾ ਇੱਕ ਪਰਮਾਤਮਾ, ਹੋਰ ਕਿਸੇ ਨੂੰ ਦਾਤਾ ਨਹੀਂ ਮੰਨਣਾ ਗੁਰੂ ਦੇ ਸਿੱਖ ਨੇ। ਤੇ ਧਾਰਮਿਕ ਜਿਹੜਾ ਰਾਹ ਉੱਤੇ ਤੁਰਨ ਵਾਲਾ ਪੁਰਸ਼ ਹੈ, ਮਹਾਂਪੁਰਸ਼, ਉਹ ਕਦੇ ਮੰਨਦਾ ਹੀ ਨਹੀਂ ਕਿਸੇ ਦੂਸਰੇ ਨੂੰ ਰੋਜ਼ੀ ਦੇਹੰਦ। ਰੋਜ਼ੀ ਦੇਹੰਦ ਕੇਵਲ ਵਾਹਿਗੁਰੂ ਹੈ। ਖੈਰ, ਇਸ ਤਰ੍ਹਾਂ ਨਾਲ ਉਸੇ ਦਾ ਦਿੱਤਾ ਸਾਰੇ ਪਦਾਰਥ ਨੇ, ਤੇ ਇਹਨਾਂ ਪਦਾਰਥਾਂ ਨੂੰ ਭੋਗਦਿਆਂ ਹੋਇਆਂ, ਉਹਦਾ ਨਾਮ ਜਪਦਿਆਂ ਹੋਇਆਂ ਯੋਗ ਅਵਸਥਾ ਤੱਕ ਪਹੁੰਚਣਾ, ਜੁੜਨ ਦੀ ਅਵਸਥਾ ਤੱਕ ਪਹੁੰਚਣਾ। ਤੇ ਜਿਹੜਾ ਜੁੜ ਗਿਆ ਅੰਦਰੋਂ ਵਾਹਿਗੁਰੂ ਨਾਲ, ਫੇਰ ਉਹ ਸਾਧ ਸੰਗਤ ਦਾਤੇ ਤੋਂ ਮੁਨੱਕਰ ਨਹੀਂ ਹੁੰਦਾ, ਦਾਤ ਨਾਲ ਨਹੀਂ ਜੁੜਦਾ, ਦਾਤ ਨੂੰ ਪਾ ਕੇ ਦਾਤੇ ਨੂੰ ਨਹੀਂ ਭੁੱਲਦਾ, ਬਲਕਿ ਇਉਂ ਕਹਿ ਸਕਦੇ ਹਾਂ ਦਾਤ ਨੂੰ ਮੰਨਦਿਆਂ ਦਾਤਾ ਉਹਨੂੰ ਚੇਤੇ ਵਿੱਚੋਂ ਕਦੇ ਨਹੀਂ ਵਿਸਰਦਾ। ਜਿਵੇਂ ਸਤਿਗੁਰੂ ਕਹਿੰਦੇ ਦਾਤ ਪਿਆਰੀ ਵਿਸਰਿਆ ਦਾਤਾਰਾ, ਇਹ ਮਨਮੁਖ ਦੀ ਨਿਸ਼ਾਨੀ ਹੈ। ਜਿਹੜਾ ਆਪਣੇ ਮਨ ਪਿੱਛੇ ਚੱਲਣ ਵਾਲਾ ਸਾਕਤ ਬੰਦਾ ਹੈ, ਉਹ ਰੱਬ ਨੂੰ ਭੁੱਲ ਕੇ ਤੇ ਪਦਾਰਥਾਂ ਨੂੰ ਮੰਨਣ ਲੱਗ ਪੈਂਦਾ। ਪਰ ਗੁਰਮੁਖ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਗੁਰਮੁਖ ਭੋਗਦਾ ਹੈ ਪਦਾਰਥਾਂ ਨੂੰ ਪਰ ਜੁੜਦਾ ਵਾਹਿਗੁਰੂ ਨਾਲ ਹੈ, ਵਾਹਿਗੁਰੂ ਦੇ ਦਿੱਤੇ ਮੰਨਦਾ ਸਾਰੇ ਪਦਾਰਥਾਂ ਨੂੰ। ਇਹ ਭਾਈ ਸਾਹਿਬ ਜੀ ਦਾ ਬਚਨ ਹੈ, ਸੋਹਣੇ ਅੰਦਰ ਭੋਗ ਰਾਜ ਕਮਾਇਆ। ਫਿਰ ਆਪ ਜੀ ਫਰਮਾਉਂਦੇ ਨੇ, ਕਦੇ ਹਰਖ ਕਦੇ ਸੋਗ ਤਰਵਰ ਛਾਇਆ। ਜ਼ਿੰਦਗੀ ਹੈ ਹੀ ਇਸੇ ਤਰ੍ਹਾਂ, ਦੋਵਾਂ ਦਾ ਸੁਮੇਲ ਹੈ, ਹਰਖ ਤੇ ਸੋਗ ਦਾ, ਖੁਸ਼ੀ ਤੇ ਗਮੀ ਦਾ, ਸੁੱਖ ਤੇ ਦੁੱਖ ਦਾ ਹੀ ਸੁਮੇਲ ਹੈ ਸਾਧ ਸੰਗਤ ਜ਼ਿੰਦਗੀ। ਇਹ ਚੱਲਦਾ ਹੀ ਰਹਿਣਾ ਸੰਸਾਰ ਵਿੱਚ, ਇਸੇ ਤਰ੍ਹਾਂ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਬਚਨ ਹੈ, ਮਹਾਰਾਜ ਜੀ ਕਹਿੰਦੇ ਨੇ, ਇਹ ਜਿਹੜਾ ਸੰਸਾਰ ਦੁੱਖ ਤੇ ਸੁੱਖ ਦਾ ਸੁਮੇਲ ਹੈ। ਕਦੀ ਜ਼ਿੰਦਗੀ 'ਚ ਦੋ ਘੜੀਆਂ ਸੁੱਖ ਦੀਆਂ ਆਉਣਗੀਆਂ, ਦੁੱਖ ਵੀ ਆਏਗਾ। ਜਦੋਂ ਦੁੱਖ ਆ ਗਿਆ, ਚਿੰਤਾ ਬਣੇਗੀ, ਪਰੇਸ਼ਾਨੀ ਬਣੇਗੀ, ਹਾਈਪਰਟੈਂਸ਼ਨ ਆਏਗੀ, ਪਰ ਕੋਈ ਨਾ, ਉਹ ਵੀ ਸਮਾਂ ਨਹੀਂ ਰਹਿਣਾ, ਉਹ ਵੀ ਲੱਦ ਜਾਣਾ, ਉਹ ਵੀ ਖਤਮ ਹੋ ਜਾਣਾ, ਫਿਰ ਦੁਬਾਰਾ ਖੁਸ਼ੀ ਦਾ ਸਮਾਂ ਆਏਗਾ। ਇਹ ਚੱਲਦਾ ਹੀ ਰਹਿਣਾ, ਕਿਉਂਕਿ ਵਾਹਿਗੁਰੂ ਦੇ ਹੁਕਮ 'ਚ ਦੋ ਕੱਪੜੇ ਨੇ ਜਿਹੜੇ ਪਾ ਕੇ ਮਨੁੱਖ ਸੰਸਾਰ ਵਿੱਚ ਆਇਆ ਹੈ। ਇਹਨਾਂ ਦੀ ਅਦਲਾ ਬਦਲੀ ਵੀ ਉਹਦੇ ਹੁਕਮ ਵਿੱਚ ਹੁੰਦੀ ਰਹਿੰਦੀ ਹੈ। ਸਤਿਗੁਰੂ ਜੀ ਕਹਿੰਦੇ, ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਭਾਈ ਸਾਹਿਬ ਜੀ ਦਾ ਬਚਨ ਹੈ, ਕਦੇ ਹਰਖ ਕਦੇ ਸੋਗ ਤਰਵਰ ਛਾਇਆ। ਫਿਰ ਕਹਿੰਦੇ, ਕੱਟੇ ਹਉਮੈ ਰੋਗ ਨਾ ਆਪ ਗਣਾਇਆ। ਜਿਨ੍ਹਾਂ ਦਾ ਹਉਮੈ ਰੋਗ ਕੱਟਿਆ ਜਾਂਦਾ, ਉਹ ਆਪਣੇ ਆਪ ਨੂੰ ਨਹੀਂ ਗਣਾਉਂਦੇ, ਆਪਣੀ ਪੇਸ਼ਕਾਰੀ ਨਹੀਂ ਕਰਦੇ, ਉਹ ਜ਼ਿੰਦਗੀ 'ਚ ਸਭ ਕੁਝ ਆਪਣੇ ਗੁਰਾਂ ਨੂੰ ਮੰਨਦੇ। ਕਦੇ ਵਾਹਿਗੁਰੂ ਕੱਟੇ ਹਉਮੈ ਰੋਗ ਨ ਆਪ ਗਣਾਇਆ। ਘਰ ਹੀ ਅੰਦਰ ਜੋਗ ਗੁਰਮੁਖ ਪਾਇਆ, ਘਰ ਹੀ ਅੰਦਰ ਜੋਗ ਗੁਰਮੁਖ ਪਾਇਆ। ਇਹ ਹੈ ਗੁਰਮਤ ਦਾ ਸਿਧਾਂਤ ਵੀ ਜਾਣੀ ਪਰਿਵਾਰ 'ਚ ਰਹਿ ਗਈ ਜੋ ਕਮਾ ਲੈਂਦੇ ਨੇ, ਉਹ ਪਦਾਰਥਾਂ ਨੂੰ ਭੋਗਦਿਆਂ ਭੋਗਦਿਆਂ ਹੀ ਵਾਹਿਗੁਰੂ ਨਾਲ ਜੁੜ ਜਾਂਦੇ ਨੇ। ਘਰ ਹੀ ਅੰਦਰ ਜੋਗ ਗੁਰਮੁਖ ਪਾਇਆ, ਹੋਣਹਾਰ ਸੁਹੋਗ ਗੁਰ ਸਮਝਾਇਆ। ਗੁਰਾਂ ਨੇ ਕੀ ਸਮਝਾ ਦਿੱਤਾ ਉਹਨਾਂ ਨੂੰ ਵੀ ਜੋ ਹੋਣਾ ਉਹ ਹੋ ਕੇ ਹੀ ਰਹਿਣਾ ਹੈ, ਅਣਹੋਣੀ ਕਦੇ ਹੁੰਦੀ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਚਿੰਤਾ ਤਾਂ ਕੀ ਕੀਜੀਐ ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਜੋ ਹੋਣਾ ਉਹ ਹੀ ਹੋਣਾ ਹੈ, ਅਣਹੋਣੀ ਹੁੰਦੀ ਨਹੀਂ। ਅਣਹੋਣੀ ਮਾਫ ਕਰਨਾ ਨਾਟਕਾਂ 'ਚ ਹੀ ਹੁੰਦੀ ਹੈ, ਪਰ ਅਣਹੋਣੀ ਹੁੰਦੀ ਨਹੀਂ। ਉਹ ਜੋ ਕੁਝ ਹੋਇਆ ਹੋਣਾ ਹੀ ਸੀ, ਦਿਨ ਚੜਿਆ ਚੜਨਾ ਹੀ ਸੀ। ਵਾਹਿਗੁਰੂ ਦਾ ਹੁਕਮ, ਰਾਤ ਆ ਗਈ ਹੈ, ਇਹ ਆਉਣੀ ਸੀ। ਜ਼ਿੰਦਗੀ ਮਿਲੀ ਹੈ, ਉਹਦੇ ਹੁਕਮ 'ਚ ਮਿਲੀ ਹੈ। ਮੌਤ ਹੋਣੀ ਹੋਣੀ ਹੈ, ਇਸ ਕਰਕੇ ਮੌਤ ਅਣਹੋਣੀ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਇਹ ਤੇ ਹੋਣਾ ਹੀ ਸੀ। ਇਹ ਅਣਹੋਣੀ ਤੈਨੂੰ ਤਾਂ ਲੱਗ ਰਹੀ ਹੈ ਕਿਉਂਕਿ ਤੂੰ ਜ਼ਿੰਦਗੀ ਦਾ ਸਫ਼ਰ ਵਿੱਚ ਵਿਚਰਦਿਆਂ ਹੋਇਆਂ ਭੁੱਲ ਹੀ ਗਿਆ ਵੀ ਇਹ ਸਫ਼ਰ ਕਿਤੇ ਮੁੱਕਣਾ ਵੀ ਹੈ, ਮਤਲਬ ਮੌਤ ਵੀ ਤੇਰੀ ਹੋਣੀ ਹੈ। ਇਹ ਤੂੰ ਭੁੱਲ ਹੀ ਗਿਆ ਸੀ, ਤਾਂ ਤੈਨੂੰ ਹੋਣੀ ਅਣਹੋਣੀ ਭਾਸ ਰਹੀ ਹੈ, ਪਰ ਅਣਹੋਣੀ ਹੈ ਨਹੀਂ। ਇਹ ਤੇ ਹੋਣਾ ਹੀ ਸੀ, ਮੌਤ ਆਉਣੀ ਸੀ, ਜ਼ਿੰਦਗੀ ਨੇ ਇੱਕ ਦਿਨ ਮੁੱਕਣਾ ਹੀ ਸੀ। ਇਸ ਤਰ੍ਹਾਂ ਸਾਧ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਹ ਜੋ ਪਵਿੱਤਰ ਪਾਵਨ ਬਾਣੀ ਹੈ, ਇਹਦੇ ਵਿੱਚ ਗਰੀਬ ਨਿਵਾਸ ਸਾਹਿਬ ਜੀ ਵਚਨ ਬਖਸ਼ਿਸ਼ ਕਰ ਰਹੇ ਨੇ ਕਿ ਉਸਤਤ ਨਿੰਦਾ ਤੋਂ ਰਹਿਤ ਹੋ ਜਾਂਦੇ ਜਿਹੜੇ ਸਤਪੁਰਸ਼ ਹੁੰਦੇ ਨੇ, ਜਿਨ੍ਹਾਂ ਉੱਤੇ ਮਾਲਕ ਦੀ ਕਿਰਪਾ ਹੋ ਜਾਂਦੀ ਹੈ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਸ਼ਲੋਕ, ਉਹਦੇ ਵੀ ਦਰਸ਼ਨ ਕਰੀਏ ਤੇ ਮੈਂ ਸਮਾਪਤੀ ਕਰਦਾ। ਗਰੀਬ ਨਿਵਾਸ ਸਾਹਿਬ ਜੀ ਦਾ ਇੱਕ ਸ਼ਲੋਕ ਹੈ, 14 ਨੰਬਰ ਸ਼ਲੋਕ।
ਗਰੀਬ ਨਵਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਉਸਤਤ ਨਿੰਦਿਆ ਨਾਹੀਂ ਜਿਹੇ ਕੰਚਨ ਲੋਹ ਸਮਾਨ। ਕੰਚਨ ਮੈਨੇ ਸੋਨਾ, ਲੋਹ ਮੈਨੇ ਲੋਹਾ। ਜਿਹੜਾ ਲੋਹੇ ਤੇ ਸੋਨੇ ਨੂੰ ਬਰਾਬਰ ਸਮ ਸਮਝਣ ਲੱਗ ਪਿਆ, ਐਸੀ ਅਵਸਥਾ ਦਾ ਮਾਲਕ ਬਣ ਗਿਆ ਜੋ। ਤੇ ਮਹਾਰਾਜ ਕਹਿੰਦੇ ਉਸਤਤ ਨਿੰਦਾ ਨੂੰ ਬਰਾਬਰ ਸਮਝਦਾ ਹੈ, ਸਮ ਜਾਣਦਾ ਬਰਾਬਰ, ਨਾ ਕਿਸੇ ਦੀ ਉਸਤਤ ਕਰਦਾ ਨਾ ਕਿਸੇ ਦੀ ਨਿੰਦਾ ਕਰਦਾ। ਆਪਣੀ ਜ਼ਿੰਦਗੀ ਦੇ ਅੰਦਰ ਵੀ ਕੋਈ ਉਹਦੀ ਉਸਤਤ ਕਰੇ ਤੇ ਤਾਂ ਵੀ ਇਸ ਕਰਕੇ ਉਹ ਸਾਧ ਸੰਗਤ ਮਾਣ ਚ ਨਹੀਂ ਆਉਂਦਾ, ਤੇ ਜੇ ਕੋਈ ਉਹਦੀ ਨਿੰਦਾ ਕਰੇ ਤੇ ਇਸ ਗੱਲ ਦਾ ਦੁੱਖ ਨਹੀਂ ਮਨਾਉਂਦਾ। ਉਹ ਨਿਰਲੇਪ ਹੋ ਜਾਂਦਾ, ਇਹਨਾਂ ਦੋਨਾਂ ਅਵਸਥਾ ਤੋਂ ਪਰੇ ਹੋ ਜਾਂਦਾ। ਨਿਰਲੇਪ ਦਾ ਮਤਲਬ ਹੁੰਦਾ ਬਾਹਰ ਨਿਕਲ ਜਾਣਾ, ਪਰੇ ਹੋ ਜਾਣਾ। ਇਸ ਤਰ੍ਹਾਂ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਉਸਤਤ ਨਿੰਦਿਆ ਨਾਹੀਂ ਜਿਹੇ ਕੰਚਨ ਲੋਹ ਸਮਾਨ। ਤੇ ਗਰੀਬ ਨਵਾਜ ਕਹਿੰਦੇ, ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਸਮਝ ਲਓ ਉਹ ਮੁਕਤ ਹੋ ਗਿਆ ਹੈ। ਇਹ ਮੁਕਤ ਅਵਸਥਾ ਦੀ ਨਿਸ਼ਾਨੀਆਂ ਜੋ ਸਾਹਿਬ ਨੇ ਦੱਸੀਆਂ। ਅਰਥ ਕਰੀਏ, ਜੋ ਮਹਾਰਾਜ ਨੇ ਪਹਿਲਾ ਪਾਵਨ ਸ਼ਬਦ ਗੁਰਬਾਣੀ ਦੇ ਵਿੱਚ ਬਖਸ਼ਿਸ਼ ਕੀਤਾ ਹੈ। ਸਾਧ ਸੰਗਤ ਜੀ, ਜੋ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਭ ਤੋਂ ਪਹਿਲਾ ਸ਼ਬਦ ਦਰਜ ਹੈ, ਉਹ ਫਿਰ ਮੈਂ ਦੁਹਰਾਉਣਾ, ਉਹ ਹੈ ਰਾਗ ਗੌੜੀ ਦੇ ਅੰਦਰ। ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 218 ਦੇ ਉੱਪਰ ਇਹ ਸ਼ਬਦ ਸੁਭਾਏਮਾਨ ਹੈ। ਸਤਿਗੁਰੂ ਜੀ ਕਹਿੰਦੇ ਨੇ, ਸੁਖ ਦੁੱਖ ਦੋਨੋਂ ਸਮ ਕਰ ਜਾਣੇ, ਔਰ ਮਾਨ ਅਪਮਾਨਾ। ਇਹਨਾਂ ਅਵਸਥਾਵਾਂ ਦੇ ਵਿੱਚ ਉਹ ਰਹਿੰਦਾ ਹੈ। ਇਸ ਅਵਸਥਾ ਦਾ ਉਹ ਮਾਲਕ ਬਣ ਜਾਂਦਾ ਹੈ ਕਿ ਸੁੱਖ ਤੇ ਦੁੱਖ ਵਿੱਚ ਸਮ ਰਹਿੰਦਾ ਹੈ, ਮਾਨ ਤੇ ਅਪਮਾਨ ਤੋਂ ਰਹਿਤ ਹੁੰਦਾ ਹੈ। ਹਰਖ ਸੋਗ ਤੇ ਰਹੇ ਅਤੀਤਾ, ਤਿੰਨ ਜਗ ਤਤ ਪਛਾਨਾ। ਉਹਨਾਂ ਨੇ ਪਛਾਣ ਲਿਆ ਹੁੰਦਾ, ਮਹਾਂਪੁਰਖ ਨੇ, ਜਗਤ ਦੇ ਤੱਤ ਨੂੰ, ਕਿ ਜਗਤ ਝੂਠਾ ਹੈ, ਕੂੜਾ ਹੈ, ਬਿਨਸ ਜਾਣ ਵਾਲਾ ਹੈ, ਇਹਨੂੰ ਚਲਾਉਣ ਵਾਲਾ ਵਾਹਿਗੁਰੂ ਹੀ ਸੱਚਾ ਹੈ। ਇਸ ਤਰ੍ਹਾਂ ਨਾਲ ਉਹ ਹਰਖ ਤੇ ਸੋਗ ਦੇ ਵਿੱਚ ਅਤੀਤ ਰਹਿੰਦਾ ਹੈ, ਨਿਰਲੇਪ ਰਹਿੰਦਾ ਹੈ, ਪਰੇ ਰਹਿੰਦਾ ਹੈ। ਅੱਗੇ ਬਚਨ ਹੈ ਦੂਸਰਾ ਪਦਾ। ਸਾਹਿਬ ਕਹਿੰਦੇ, ਉਸਤਤ ਨਿੰਦਾ ਦਊ ਤਿਆਗੈ, ਖੋਜੈ ਪਦ ਨਿਰਬਾਨਾ। ਉਹ ਨਿਰਵਾਣ ਪਦ ਦੀ ਭਾਲ ਵਿੱਚ ਰਹਿੰਦਾ ਹੈ, ਤੁਰਿਆ ਪਦ ਦੀ ਅਵਸਥਾ ਨੂੰ ਉਹ ਪ੍ਰਾਪਤ ਕਰਨਾ ਚਾਹੁੰਦਾ ਹੈ। ਇਸ ਤਰ੍ਹਾਂ ਉਹ ਉਸਤਤ ਤੇ ਨਿੰਦਾ ਨੂੰ ਤਿਆਗ ਦਿੰਦਾ ਆਪਣੀ ਜ਼ਿੰਦਗੀ ਚੋਂ। ਪਰ ਸਤਿਗੁਰੂ ਜੀ ਕਹਿੰਦੇ, ਇਹ ਜਿਹੜਾ ਖੇਡ ਹੈ ਬਹੁਤ ਔਖੀ ਖੇਡ ਹੈ, ਬੜੀ ਔਖੀ ਖੇਡ। ਜਨ ਨਾਨਕ ਇਹ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਇਹ ਬਹੁਤ ਔਖੀ ਖੇਡ ਹੈ। ਇਹ ਖੇਡ ਨੂੰ ਜ਼ਿੰਦਗੀ ਦੇ ਵਿੱਚ ਕੋਈ ਵਿਰਲਾ ਖੇਡਦਾ ਹੈ, ਗੁਰਾਂ ਦੇ ਰਾਹੀਂ। ਮਤਲਬ ਗੁਰੂ ਮਾਲਕ ਦੀ ਕਿਰਪਾ ਦੇ ਸਦਕਾ ਉਹਨੂੰ ਇਹ ਅਵਸਥਾ ਪ੍ਰਾਪਤ ਹੋਈ ਹੁੰਦੀ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜੋ ਸ਼ਬਦ ਬਖਸ਼ਿਸ਼ ਕੀਤਾ ਹੈ, ਉਹਦੇ ਵਿੱਚ ਅੱਜ ਆਪਾਂ ਨੂੰ ਸਿੱਖਿਆ ਇਹ ਹੈ, ਆਪਾਂ ਨੂੰ ਹਰਖ ਤੇ ਵਾਹਿਗੁਰੂ ਉਸਤਤ ਤੇ ਨਿੰਦਾ ਨੂੰ ਛੱਡਣਾ ਚਾਹੀਦਾ ਹੈ। ਜਿੰਨਾ ਕੁ ਅਸੀਂ ਜ਼ਿੰਦਗੀ 'ਚ ਕਰ ਸਕਦੇ ਹਾਂ ਉਹਨਾਂ ਕੁ ਅੱਗੇ ਵਧਣ ਦੀ ਕੋਸ਼ਿਸ਼ ਕਰੀਏ। ਤੇ ਗਰੀਬ ਨਵਾਜ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਹਮੇਸ਼ਾ ਅਰਦਾਸ ਬੇਨਤੀ ਕਰਦੇ ਰਹੀਏ। ਗੁਰੂ ਤੇਗ ਬਹਾਦਰ ਸਾਹਿਬ ਸਾਰਿਆਂ ਤੇ ਕਿਰਪਾ ਕਰਨ। ਹੋਈਆਂ ਗਲਤੀਆਂ ਭੁੱਲਾਂ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।